ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਭਰ ਦੇ ਵਿੱਚ ਲੋਕਡਾਊਨ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਚੱਲ ਰਹੇ ਕਰਫਿਊ ਦਾ ਅੱਜ 38ਵਾਂ ਦਿਨ ਹੈ। ਪੰਜਾਬ ਪੁਲਿਸ ਦੀ ਇਸ ਕਰਫਿਊ ਦੇ ਵਿੱਚ ਵੱਡੀ ਭੂਮਿਕਾ ਰਹੀ ਹੈ। ਸਨਅਤੀ ਸ਼ਹਿਰ ਲੁਧਿਆਣਾ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਨੇ, ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਕੀ ਚੈਲੰਜਸ ਫੇਸ ਕਰਨੇ ਪਏ ਨੇ ਪੁਲਿਸ ਨੂੰ ਇਹਨਾਂ ਕਰਫਿਊ ਦੇ ਦਿਨਾਂ ਦੇ ਵਿੱਚ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮੌਜੂਦ ਨੇ कमिश्नर ऑफ पुलिस लुधियाना राकेश अग्रवाल। सर 38 डेज चल रहे हैं कर्फ्यू के, आज पंजाब में इम्प्लीमेंट हुए, किस तरह के चैलेंजेस फेस करने पड़े हैं इन दिनों में कर्फ्यू के, और किस तरह के प्रबंध करने में आप कामयाब रहे हैं कर्फ्यू के दिनों में ताकि लोगों को किसी भी तरह की कोई मुश्किल ना हो? देखो पहली बारी इंडिया दे विच होया है कि इन्ना लंबा कर्फ्यू एट ए टाइम चल रहा है। ਇਹਦੇ ਲਈ ਮੈਂ ਸਾਰੇ ਹੀ ਲੁਧਿਆਣਾ ਨਿਵਾਸੀਆਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਬੜੇ ਹੀ ਸੰਯਮ ਦਾ ਪਰਿਚੈ ਦਿੱਤਾ ਹੈ। ਐਂਡ ਪੁਲਿਸ ਪ੍ਰਸ਼ਾਸਨ, ਸਿਵਲ ਐਡਮਿਨਿਸਟ੍ਰੇਸ਼ਨ, ਡਾਕਟਰਸ, NGOs ਸਾਰੇ ਹੀ ਇਸ ਕੰਮ ਦੇ ਵਿੱਚ ਲੱਗੇ ਹੋਏ ਹਨ। ਕਾਰਪੋਰੇਸ਼ਨ ਦੇ ਮੁਲਾਜ਼ਮ, ਬਾਕੀ ਵੀ ਸਾਰੇ ਮਹਿਕਮੇ ਕਿ ਇਸ ਪਬਲਿਕ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਇਸ ਦੌਰਾਨ ਹੋਵੇ। ਤੇ ਇਹਦੇ ਲਈ ਇਹ ਸਾਰੇ ਹੀ ਮੁਲਾਜ਼ਮ, ਡਾਕਟਰਸ ਤੇ ਡਿਪਾਰਟਮੈਂਟ ਸਾਰੇ ਹੀ ਵਧਾਈ ਦੇ ਪਾਤਰ ਹਨ। ਜਿੱਥੇ ਤੱਕ ਕਰੀਏ ਗੱਲ ਕਰਫਿਊ ਦੀ, ਤੇ ਤਕਰੀਬਨ ਸਾਰੇ ਹੀ ਅਸੀਂ 100% ਕਰਫਿਊ ਇੰਪਲੀਮੈਂਟ ਕੀਤਾ ਹੋਇਆ ਹੈ। ਜਿਹੜੀ ਇਸੈਂਸ਼ੀਅਲ ਸਰਵਿਸਿਜ਼ ਹਨ ਉਹਨਾਂ ਦੀ ਡੋਰ ਟੂ ਡੋਰ ਸਪਲਾਈ ਹੋ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਮੈਡੀਕਲ ਵਗੈਰਾ ਐਮਰਜੈਂਸੀ ਵਾਲੇ ਹਨ ਉਹਨਾਂ ਬੰਦਿਆਂ ਲਈ ਕਰਫਿਊ ਦੇ ਵਿੱਚ ਛੂਟ ਦਿੱਤੀ ਹੋਈ ਹੈ। ਐਂਡ ਕੁਝ ਕਰਫਿਊ ਦੇ ਪਾਸਿਸ ਜਾਰੀ ਕੀਤੇ ਹੈ ਪ੍ਰਸ਼ਾਸਨ ਨੇ, ਜਿਹੜੇ ਕਿ ਇੰਡਸਟਰੀਜ਼ ਵਗੈਰਾ ਜਿਹੜੀ ਓਪਨ ਹੈ ਜਾਂ ਜੋ ਇਸੈਂਸ਼ੀਅਲ ਗੁੱਡਸ ਵਗੈਰਾ ਦੀ ਜੋ ਸਪਲਾਈ ਹੈ ਤਾਂ ਕਿ ਉਹ ਬਣੀ ਰਹੇ, ਇਸ ਕਰਕੇ ਉਹ ਕੁਝ ਪਾਸਿਸ ਵਗੈਰਾ ਅਸੀਂ ਇਸ਼ੂ ਕੀਤੇ ਹਨ। ਸਰ ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੇ ਪਾਸਿਸ ਇਸ਼ੂ ਕੀਤੇ ਨੇ, ਪਰ ਇਨ ਸਭ ਦੇ ਵਿੱਚ ਆਮ ਲੋਕ ਜਿਹੜੇ ਗਰੀਬ ਲੋਕ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਉਣ ਦੀ ਸਾਰਿਆਂ ਨਾਲੋਂ ਵੱਡੀ ਜਿਹੜੀ ਹੈਗੀ ਆ ਚੁਣੌਤੀ ਫੇਸ ਕਰਨੀ ਪਈ ਹੈ। ਚਾਹੇ ਸਿਵਲ ਪ੍ਰਸ਼ਾਸਨ ਹੋਵੇ, ਚਾਹੇ ਪੁਲਿਸ ਪ੍ਰਸ਼ਾਸਨ ਵੀ ਇਸ ਕੰਮ ਦੇ ਵਿੱਚ ਲੱਗੀ ਰਹੀ ਹੈ। ਇਸ ਚੁਣੌਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਲਗਾਤਾਰ ਜਿਹੜੀਆਂ ਨਿਊਜ਼ ਵਗੈਰਾ ਵੀ ਆਉਂਦੀਆਂ ਰਹੀਆਂ ਕਿ ਕਈ ਜਗ੍ਹਾ ਤੇ ਰਾਸ਼ਨ ਉਪਲਬਧ ਨਹੀਂ ਹੋ ਰਿਹਾ ਤੇ ਲੋਕ ਸੜਕਾਂ ਤੇ ਉਤਰ ਰਹੇ ਨੇ। ਇਸ ਤਰ੍ਹਾਂ ਦੀਆਂ ਨਿਊਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਪ੍ਰਵਾਸੀ ਜਿਹੜੇ ਆਪਣਾ ਜੇ ਆਪਾਂ ਕਹਿ ਲਈਏ ਪੰਜਾਬ ਦੇ ਵਿੱਚ ਲੁਧਿਆਣੇ 'ਚ ਰਹਿੰਦੇ ਆ। ਤਕਰੀਬਨ 7-8 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰ ਤਬਕਾ ਲੁਧਿਆਣੇ ਦੇ ਵਿੱਚ ਕੰਮ ਕਰ ਰਿਹਾ ਸੀਗਾ ਕਰਫਿਊ ਤੋਂ ਪਹਿਲਾਂ। ਅਤੇ ਜਦੋਂ ਕੁਝ ਫੈਕਟਰੀਆਂ ਬੰਦ ਹੋ ਗਈਆਂ ਅਤੇ ਉਹਨਾਂ ਦੇ ਸਾਹਮਣੇ ਖਾਣੇ ਦੀ ਪ੍ਰੋਬਲਮ ਆਈ ਸੀਗੀ ਕੁਛ, ਅਤੇ ਉਹ ਸਰਕਾਰ ਵੱਲੋਂ ਉਹਨਾਂ ਹਰੇਕ ਨੂੰ ਰਾਸ਼ਨ ਮੁਹੱਈਆ ਕਰਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜੀ ਆਪਣੀ NGOs ਹਨ, ਜਿਹੜੀ ਸਵੈਮ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਔਰ ਜਿਹੜੇ ਆਪਣੇ ਦਾਨੀ ਬੰਦੇ ਹਨ, ਉਹਨਾਂ ਵੱਲੋਂ ਤਕਰੀਬਨ 2.5 ਲੱਖ ਬੰਦਿਆਂ ਦਾ ਖਾਣਾ ਡੇਲੀ ਬਣਾ ਕੇ ਉਹਨਾਂ ਦੇ ਮੁਹੱਲਿਆਂ ਦੇ ਵਿੱਚ ਡਿਸਟਰੀਬਿਊਟ ਕਰਾਇਆ ਜਾ ਰਿਹਾ ਹੈ। ਇਸ ਕਰਕੇ ਮੈਂ ਸਾਰੇ ਹੀ ਮਜ਼ਦੂਰ ਭਰਾਵਾਂ ਨੂੰ, ਆਪਣੇ ਜਿਹੜੇ ਪ੍ਰਵਾਸੀ ਭਾਈ ਹੈ ਉਹਨਾਂ ਨੂੰ ਇਹ ਆਸ਼ਵਾਸਤ ਕਰਦਾ ਹਾਂ ਕਿ ਕੋਈ ਵੀ ਰਾਸ਼ਨ ਦੀ ਜਾਂ ਖਾਣੇ ਦੀ ਲੁਧਿਆਣੇ ਦੇ ਵਿੱਚ ਪ੍ਰੋਬਲਮ ਕਦੀ ਵੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਦੇ ਘਰਾਂ ਤੱਕ ਰਾਸ਼ਨ ਪਹੁੰਚ ਰਿਹਾ ਹੈ। ਸਰਕਾਰ ਵੱਲੋਂ ਵੀ ਇੱਕ ਫੂਡ ਹੈਲਪਲਾਈਨ ਸ਼ੁਰੂ ਕੀਤੀ ਹੋਈ ਹੈ। 1905 ਨੰਬਰ ਜੇ ਤੁਸੀਂ ਮੋਬਾਈਲ ਤੋਂ ਡਾਇਲ ਕਰਨਾ ਹੋਵੇ, 1905 ਨੰਬਰ ਡਾਇਲ ਕਰਕੇ ਜੇ ਤੁਹਾਡੇ ਕੋਲ ਰਾਸ਼ਨ ਨਹੀਂ ਹੈ, ਤੁਸੀਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹੋ, ਤੁਹਾਡਾ ਰਾਸ਼ਨ ਖਤਮ ਹੋ ਗਿਆ ਹੈ, ਤੁਸੀਂ ਉਸ ਨੰਬਰ 'ਤੇ ਕਾਲ ਕਰ ਦਿਓ। ਪ੍ਰਸ਼ਾਸਨ, ਜਿਹੜੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਔਰ ਪੁਲਿਸ ਦੇ ਨੋਡਲ ਅਫਸਰ ਲੱਗੇ ਹੋਏ ਹਨ, ਉਹ ਤੁਹਾਡੇ ਘਰਾਂ ਦੇ ਵਿੱਚ ਜਾ ਕੇ ਜਾਂ ਤੁਹਾਨੂੰ ਕਿਸੇ ਕਾਮਨ ਜਗ੍ਹਾ 'ਤੇ ਬੁਲਾ ਕੇ ਤੁਹਾਨੂੰ ਉੱਥੇ ਰਾਸ਼ਨ ਦੀ ਕਿੱਟ ਫ੍ਰੀ ਆਫ ਕਾਸਟ ਸਰਕਾਰ ਵੱਲੋਂ ਜਿਹੜੇ ਮੁਹੱਈਆ ਕਰਾਈ ਗਈ ਹੈ ਉਹ ਤੁਹਾਨੂੰ ਦੇ ਦੇਣਗੇ। ਇਸ ਕੰਮ ਦੇ ਵਿੱਚ ਕਾਫੀ ਸਾਰੀ NGOs ਵੀ ਨਾਲ ਲੱਗੀ ਹੋਈਆਂ ਹਨ, ਉਹਨਾਂ ਦਾ ਵੀ ਸ਼ੁਕਰੀਆ ਅਦਾ ਹੈ। ਇਸ ਕਰਕੇ ਇਹ ਆਪਾਂ ਕਹਿ ਸਕਦੇ ਹਾਂ ਕਿ ਰਾਸ਼ਨ ਦੀ ਲੁਧਿਆਣੇ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਲਈ ਕੋਈ ਵੀ ਕਮੀ ਨਹੀਂ ਹੈ। ਹਾਂ, ਇਹ ਜ਼ਰੂਰ ਅਪੀਲ ਹੈ ਕਿ ਕੋਈ ਜੇ ਤੁਹਾਡੇ ਕੋਲ ਰਾਸ਼ਨ ਦਾ ਜੁਗਾੜ ਹੈ, ਤੁਸੀਂ ਉਸ ਹੈਲਪਲਾਈਨ ਦੀ ਵਰਤੋਂ ਨਾ ਕਰੋ ਤਾਂ ਕਿ ਜਿਹੜੇ ਔਰ ਲੋੜਵੰਦ ਬੰਦੇ ਹੈ ਉਹਨਾਂ ਨੂੰ ਉਹ ਰਾਸ਼ਨ ਮਿਲ ਸਕੇ। ਜੀ ਬਿਲਕੁਲ, ਜੇ ਕਿਸੇ ਕੋਲ ਹੈ ਪ੍ਰਬੰਧ ਤਾਂ ਉਹ ਜ਼ਰੂਰ ਕਾਲ ਨਾ ਕਰਨ ਉਸ ਨੰਬਰਾਂ ਦੇ ਉੱਤੇ। ਸਰ ਪਰ ਤੁਸੀਂ ਜਿਵੇਂ ਦਾਅਵੇ ਕੀਤੇ, ਸਰਕਾਰ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ, ਤੁਸੀਂ ਵੀ ਆਪਣੇ ਵੱਲੋਂ ਪ੍ਰਬੰਧ ਦਾ ਜਿਹੜਾ ਹੈਗਾ ਦੱਸ ਰਹੇ ਹੋ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ, ਪਰ ਲਗਾਤਾਰ ਜਿਹੜੀ ਮਾਈਗ੍ਰੇਂਟ ਲੇਬਰ ਹੈ ਉਹ ਪੰਜਾਬ ਤੋਂ ਪਲਾਇਨ ਕਰਦੀ ਨਜ਼ਰ ਆ ਰਹੀ ਹੈ। ਅਸੀਂ ਵੀ ਕਈ ਨਿਊਜ਼ ਕਵਰ ਕੀਤੀਆਂ ਕਿ ਰਾਤ ਦੇ ਟਾਈਮ ਲੋਕ 15-15, 20-20 ਦੇ ਜੱਥੇ ਬਣਾ ਕੇ ਪੈਦਲ, ਸਾਈਕਲ ਦੇ ਉੱਤੇ ਜਾਂ ਜੋ ਵੀ ਵਹੀਕਲ ਉਹਨਾਂ ਕੋਲ ਉਪਲਬਧ ਹੁੰਦਾ ਉਹ UP ਬਿਹਾਰ ਨੂੰ ਨਿਕਲ ਰਹੇ ਨੇ। ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਪੈਦਲ ਕਰਨ ਦੇ ਵਿੱਚ ਮਜਬੂਰ ਨੇ। ਉਹਨਾਂ ਦਾ ਕਹਿਣਾ ਹੈ ਕਿ ਕੁਝ ਪ੍ਰੋਬਲਮਸ ਆ ਰਹੀਆਂ, ਇਸ ਕਰਕੇ ਸਾਨੂੰ ਜਿਹੜਾ ਹੈਗਾ ਇੱਥੋਂ ਦੀ ਪਲਾਨ ਕਰਨਾ ਪੈ ਰਿਹਾ। ਇਸ ਤਰ੍ਹਾਂ ਦੀ ਨਿਊਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਤੁਸੀਂ ਲੋਕ ਜਿਹੜੇ ਪਲਾਨ ਕਰ ਰਹੇ ਨੇ? ਦੇਖੋ ਲੁਧਿਆਣੇ ਦੇ ਵਿੱਚ ਮੈਂ ਜਦ ਤੁਹਾਨੂੰ ਕਿਹਾ ਕਿ 8 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰ ਹਨ। ਹੁਣ
ਕਈਆਂ ਨੂੰ ਆਦਤ ਸੀਗੀ ਕਿ 2-3 ਮਹੀਨੇ ਬਾਅਦ ਆਪਣੇ ਘਰ ਜਾ ਕੇ ਇੱਕ ਵਾਰੀ ਨਜ਼ਰ ਮਾਰ ਕੇ ਆਪਣੇ ਪਰਿਵਾਰ ਨੂੰ ਦੇਖ ਕੇ ਆਉਣਾ ਹੁੰਦਾ ਸੀ। ਹੁਣ ਉਹ ਤਕਰੀਬਨ 1.5 ਮਹੀਨੇ ਤੋਂ ਇੱਥੇ ਅਟਕੇ ਹੋਏ ਹਨ। ਉਹਨਾਂ ਦੀ ਵੀ ਇੱਕ ਪਰੀਖਿਆ ਦੀ ਘੜੀ ਹੈ। ਉਹਨਾਂ ਨੂੰ ਵੀ ਹੁਣ ਥੋੜ੍ਹਾ ਜਿਹਾ ਸੰਯਮ ਲੈਣਾ ਪਊਗਾ, ਕਿਉਂਕਿ ਇਹ ਜਿਹੜੀ ਲੜਾਈ ਹੈ ਕੇਵਲ ਇਕੱਲੀ ਪੁਲਿਸ ਦੀ, ਗੌਰਮੈਂਟ ਦੀ ਜਾਂ ਇਸ ਤਰੀਕੇ ਦੀ ਤਾਂ ਹੈ ਨਹੀਂ। ਇਹਦਾ ਹਰੇਕ ਬੰਦੇ ਦੀ ਲੜਾਈ ਹੈ, ਹਰੇਕ ਬੰਦੇ ਦੀ ਸੰਯਮ ਦੀ ਟੈਸਟਿੰਗ ਹੈ ਕਿ ਉਸ ਬੰਦੇ ਦੇ ਵਿੱਚ ਕਿੰਨੀ ਜਾਨ ਹੈ। ਤੇ ਇਸ ਕਰਕੇ ਪ੍ਰਵਾਸੀ ਮਜ਼ਦੂਰ ਭਾਈਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਥੋੜ੍ਹਾ ਜਿਹਾ ਜਿੰਨਾ ਕਿ ਇੰਨਾ ਕੁ ਸੰਯਮ ਦਾ ਪਰਚਾ ਦਿੱਤਾ ਹੈ, ਥੋੜ੍ਹਾ ਜਿਹਾ ਹੋਰ ਸਾਥ ਦੇਵੋ। ਇਹ ਲੜਾਈ ਆਪਾਂ ਜਲਦੀ ਹੀ ਜਿੱਤ ਲੈਣੀ ਹੈ, ਕਿਉਂਕਿ ਜੇ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਓਗੇ ਉਹ ਵਾਇਰਸ ਟ੍ਰਾਂਸਫਰ ਹੁੰਦਾ ਹੈ ਤੇ ਤੁਹਾਡੇ ਆਪਣੇ ਉੱਥੇ ਵੀ ਦੂਜੇ ਰਾਜਾਂ ਦੇ ਵਿੱਚ ਵੀ ਇਹ ਫੈਲੂਗਾ। ਤੇ ਜਿਹੜੇ ਬੰਦੇ ਜਾ ਰਹੇ ਆ ਉਹਨਾਂ ਨੂੰ ਜਾਣ ਵੀ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਇਹ ਹਰਿਆਣੇ ਦੀ ਵੀ ਬਾਰਡਰ ਪੂਰੀ ਸੀਲ ਹੈ, ਦਿੱਲੀ ਦੀ ਵੀ ਬਾਰਡਰ ਸੀਲ ਹੈ, ਯੂਪੀ ਦੀ ਵੀ ਸੀਲ ਹੈ। ਜਿਹੜੇ ਵੀ ਬੰਦੇ ਜਾਂਦੇ ਆ ਉਹਨਾਂ ਨੂੰ ਉਹਨਾਂ ਬਾਰਡਰਾਂ ਦੇ ਵਿੱਚ ਅਸਥਾਈ ਕੈਂਪ ਸਰਕਾਰ ਵੱਲੋਂ ਬਣਾਏ ਹੋਏ ਹਨ, ਉਹਨਾਂ ਨੂੰ ਉੱਥੇ ਹੀ ਬਿਠਾ ਲਿਆ ਜਾਂਦਾ ਹੈ ਜਾਂ ਵਾਪਸ ਮੋੜ ਦਿੱਤਾ ਜਾਂਦਾ ਹੈ। ਹੁਣ ਬੰਦਾ 300 ਕਿਲੋਮੀਟਰ ਚੱਲ ਕੇ ਗਿਆ ਹਰਿਆਣੇ ਬਾਰਡਰ ਤੱਕ, ਹਰਿਆਣੇ ਬਾਰਡਰ ਵਾਲਿਆਂ ਨੇ ਮੋੜ ਦੇਣਾ ਹੈ ਜੀ, ਤੇ ਉਹ ਉਹਦੀ ਵਿਚਾਰੇ ਦੀ ਉਹ ਜਿਹੜੀ ਰਹਿੰਦੀ ਖੰਦੀ ਸ਼ਕਤੀ ਹੈ ਉਹ ਵੀ ਖਤਮ ਹੋ ਜਾਂਦੀ ਹੈ। ਇਸ ਕਰਕੇ ਇਹ ਮਜ਼ਦੂਰ ਭਾਈਆਂ ਨੂੰ, ਆਪਣੇ ਪ੍ਰਵਾਸੀ ਭਾਈਆਂ ਨੂੰ ਇਹ ਅਪੀਲ ਹੈ ਮੇਰੀ ਕਿ ਤੁਸੀਂ ਸੰਯਮ ਦਾ ਪਰਚਾ ਦਿਓ, ਆਪਣੇ ਘਰਾਂ ਦੇ ਵਿੱਚ ਹੀ ਰਹੋ। ਰਾਸ਼ਨ ਦੀ ਤੁਹਾਨੂੰ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜੇ ਰਾਸ਼ਨ ਦੀ ਤੁਹਾਨੂੰ ਕੋਈ ਕਮੀ ਹੈ ਤੁਸੀਂ 1905 ਨੰਬਰ 'ਤੇ ਕਾਲ ਕਰ ਦਿਓ। ਜੇ ਤੁਹਾਨੂੰ 1905 ਨੰਬਰ ਬਿਜ਼ੀ ਆ ਰਿਹਾ, ਨਹੀਂ ਲੱਗ ਰਿਹਾ, ਤੇ ਡੀਸੀ ਸਾਹਿਬ ਲੁਧਿਆਣਾ ਵੱਲੋਂ ਵੀ ਇਹ ਨੰਬਰ ਦਿੱਤੇ ਹੋਏ ਹਨ। ਇਹਨਾਂ ਨੰਬਰਾਂ 'ਤੇ ਤੁਸੀਂ ਕਾਲ ਕਰ ਦਿਓ। ਇਹ ਵੀ 10 ਨੰਬਰ ਹੈ, ਇਹਨਾਂ ਨੰਬਰਾਂ 'ਤੇ ਕਾਲ ਕਰ ਦਿਓ। ਜੇ ਇਹ ਨੰਬਰ ਵੀ ਬਿਜ਼ੀ ਆ ਰਹੇ, ਪੁਲਿਸ ਪ੍ਰਸ਼ਾਸਨ ਦੇ ਵੀ ਨੰਬਰ ਹੈ, ਇਹਨਾਂ ਨੰਬਰਾਂ 'ਤੇ ਤੁਸੀਂ ਕਾਲ ਕਰ ਦਿਓ। ਇਹ ਲੁਧਿਆਣੇ ਪੁਲਿਸ ਦੇ ਨੰਬਰ ਹੈ। ਕਿਸੇ ਵੀ ਤਰੀਕੇ ਦੀ ਪ੍ਰੋਬਲਮ ਹੋਵੇ, ਤੁਹਾਨੂੰ ਭਾਵੇਂ ਰਾਸ਼ਨ ਦੀ ਹੋਵੇ, ਕੋਈ ਮੈਡੀਕਲ ਦੀ ਹੋਵੇ, ਕੋਈ ਪਾਸ ਦੀ ਹੋਵੇ, ਕੋਈ ਤੁਹਾਨੂੰ ਸੈਲਰੀ ਨਹੀਂ ਦੇ ਰਿਹਾ ਹੋਵੇ, ਕਿਸੇ ਵੀ ਤਰੀਕੇ ਦੀ ਪ੍ਰੋਬਲਮ ਹੋਵੇ, ਐਡਮਿਨਿਸਟ੍ਰੇਸ਼ਨ ਹਮੇਸ਼ਾ ਹੀ ਤੁਹਾਡੇ ਨਾਲ ਖੜਾ ਹੈ। ਪਹਿਲੇ ਹੀ ਸਰਕਾਰ ਨੇ ਤੁਹਾਨੂੰ ਕਿਹਾ ਹੋਇਆ ਹੈ ਕਿ ਜਿਹੜਾ ਤੁਹਾਡਾ ਵਿਹੜੇ ਵਗੈਰਾ ਦਾ ਕਮਰੇ ਦਾ ਕਿਰਾਇਆ ਹੈ ਉਹ ਤੁਹਾਡੇ ਤੋਂ ਲੋਕਡਾਊਨ ਦੇ ਦੌਰਾਨ ਕੋਈ ਨਹੀਂ ਮੰਗੂਗਾ, ਤੇ ਹਰ ਸੰਭਵ ਜੋ ਇੱਕ ਹਿਊਮਨਲੀ ਪੋਸੀਬਲ ਮਦਦ ਹੁੰਦੀ ਹੈ ਉਹ ਅਸੀਂ ਤੁਹਾਡੀ ਕਰਾਂਗੇ। ਤੇ ਤੁਸੀਂ ਬਿਲਕੁਲ ਨਿਸ਼ਚਿੰਤ ਰਹੋ ਤੇ ਧੈਰਯ ਰੱਖੋ। ਜੀ ਬਿਲਕੁਲ, ਪਾਸ ਇਸ਼ੂ ਕੀਤੇ ਗਏ ਨੇ। ਪਾਸਾਂ ਨੂੰ ਲੈ ਕੇ ਵੀ ਕਈ ਜਿਹੜੀਆਂ ਹੈਗੀਆਂ ਸਾਹਮਣੇ ਸਮਾਚਾਰ ਆਏ ਨੇ ਕਿ ਲੁਧਿਆਣਾ ਦੇ ਵਿੱਚ ਕਈ ਵੱਡੀ ਗਿਣਤੀ ਦੇ ਵਿੱਚ ਪਾਸ ਇਸ਼ੂ ਕੀਤੇ ਗਏ ਨੇ। ਪੁਲਿਸ ਇਸ ਨੂੰ ਕਿਸ ਤਰ੍ਹਾਂ ਦੇ ਰਹੀ ਹੈ ਕਿ ਜਦੋਂ ਵੱਡੀ ਗਿਣਤੀ ਦੇ ਕਰਫਿਊ ਦੇ ਦੌਰਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ 'ਤੇ ਉਤਰਦੇ ਨੇ, ਇਸ ਨੂੰ ਰੋਕਣ ਵਾਸਤੇ ਕੀ ਪ੍ਰਬੰਧ ਕੀਤੇ ਗਏ? ਦੇਖੋ, ਲੁਧਿਆਣੇ ਦੀ ਹੁਣ ਜਿਹੜੀ ਆਬਾਦੀ ਹੈ ਉਹ ਜੇ ਪੂਰੇ ਡਿਸਟ੍ਰਿਕਟ ਦੀ ਗੱਲ ਕਰੀਏ 40 ਲੱਖ ਦੇ ਕਰੀਬ ਹੈ। ਹੁਣ 40 ਲੱਖ ਦੇ ਜੇ ਡਿਸਟ੍ਰਿਕਟ ਨੂੰ ਚਲਾਉਣਾ ਹੋਵੇ ਤੇ ਆਪਾਂ ਨੂੰ ਦੁੱਧ ਵੀ ਚਾਹੀਦਾ ਹੈ, ਸਬਜ਼ੀ ਵੀ ਚਾਹੀਦੀ ਹੈ, ਕਿਰਾਣੇ ਦਾ ਵੀ ਸਮਾਨ ਚਾਹੀਦਾ ਹੈ, ਵੱਡੀ ਜਿਹੜੀ ਆਪਣੀ ਥੋਕ ਵਾਲਾ ਵੀ ਸਮਾਨ ਬਾਹਰੋਂ ਆਉਣਾ ਹੈ, ਦਵਾਈਆਂ ਵੀ ਚਾਹੀਦੀਆਂ। ਇੱਥੇ 7 ਬੜੇ ਹਸਪੀਟਲ ਹੈ, ਉਹਨਾਂ ਦਾ ਵੀ ਸਟਾਫ ਹੈ, ਉਹਨਾਂ ਦੇ ਵਿੱਚ ਮਰੀਜ਼ਾਂ ਨੇ ਵੀ ਆਉਣਾ ਹੈ, ਤੇ ਇੰਡਸਟਰੀ ਹੈ ਇੱਥੇ ਤਕਰੀਬਨ 25-30 ਹਜ਼ਾਰ ਇੰਡਸਟਰੀ, ਵੱਡੀ ਇੰਡਸਟਰੀ ਹੈ ਜਿਨ੍ਹਾਂ ਦੇ ਵਿੱਚੋਂ 1000 ਹਾਲ ਦੀ ਘੜੀ ਦੇ ਵਿੱਚ ਚੱਲ ਰਹੀ ਹੈ, ਤੇ ਉਹਨਾਂ ਦੀ ਵੀ ਲੇਬਰ ਹੈ, ਉਹਨਾਂ ਦੇ ਵੀ ਮਾਲਿਕ ਹੈ। ਇਹ ਸਾਰੇ ਸਿਸਟਮ ਜੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਬੰਦ ਕਰ ਦੇਵਾਂਗੇ ਤੇ ਆਪਣੀ ਲਾਈਫ ਤਾਂ ਵੈਸੇ ਹੀ ਖਤਮ ਹੋ ਜਾਣੀ ਹੈ। ਇਸ ਕਰਕੇ ਜਿਹੜੇ ਇਹ ਬੰਦੇ ਜਿਹੜੇ ਤੁਹਾਨੂੰ ਸੜਕਾਂ ਤੇ ਨਜ਼ਰ ਆ ਰਹੇ ਹੈ, ਇਹ ਪਾਸ ਹੋਲਡਰ ਹੈ ਜਾਂ ਇੰਟਾਈਟਲਡ ਕਲਾਸ ਵਾਲੇ ਬੰਦੇ ਹੈ। ਨਾਲ ਹੀ ਅਸੀਂ ਦੇਖਣਾ ਹੁੰਦਾ ਕਿ ਸੋਸ਼ਲ ਡਿਸਟੈਂਸਿੰਗ ਪ੍ਰੋਪਰ ਯੂਜ਼ ਹੋ ਰਹੀ ਹੈ ਕਿ ਨਹੀਂ ਹੋ ਰਹੀ, ਤੇ ਜੇ ਸੋਸ਼ਲ ਡਿਸਟੈਂਸਿੰਗ ਹੋ ਰਹੀ ਹੋਵੇ ਤੇ ਆਪਾਂ ਉਸ ਨੂੰ ਅਲਾਉ ਕਰਦੇ ਹੁੰਦੇ ਹਾਂ। ਤੇ ਇਸ ਕਰਕੇ ਇਹ ਪਬਲਿਕ ਨੂੰ ਇਹੀ ਹੈ ਕਿ ਇੰਨੇ ਵੱਡੇ ਸ਼ਹਿਰ ਨੂੰ ਚਲਾਉਣ ਲਈ ਥੋੜ੍ਹੇ ਬਹੁਤੀ ਪਾਸ ਦੇਣੇ ਹੁੰਦੇ ਆ। ਜੀ ਬਿਲਕੁਲ, ਥੋੜ੍ਹੇ ਬਹੁਤੇ ਪਾਸ ਜ਼ਰੂਰੀ ਹੈ ਕਿਉਂਕਿ ਸ਼ਹਿਰ ਇੱਕਦਮ ਲੋਕਡਾਊਨ ਪੂਰਾ ਨਹੀਂ ਕੀਤਾ ਜਾ ਸਕਦਾ। ਸਰ, 3 ਮਈ ਨੂੰ ਸੈਕਿੰਡ ਲੋਕਡਾਊਨ ਦਾ ਜਿਹੜਾ ਪੀਰੀਅਡ ਹੈ ਖਤਮ ਹੋ ਰਿਹਾ, ਤੇ ਜਿਵੇਂ ਚਰਚਾਵਾਂ ਚੱਲ ਰਹੀਆਂ ਕਿ ਇਸ ਸੈਕਿੰਡ ਲੋਕਡਾਊਨ ਤੋਂ ਬਾਅਦ ਕੁਝ ਰਿਆਇਤਾਂ ਕੇਂਦਰ ਸਰਕਾਰ ਵੀ ਦੇ ਸਕਦੀ ਹੈ ਤੇ ਸਟੇਟ ਗਵਰਨਮੈਂਟ ਵੀ ਕੁਝ ਰਿਆਇਤਾਂ ਦੇਣ ਦੇ ਮੂਡ ਦੇ ਵਿੱਚ ਲੱਗ ਰਹੀਆਂ। ਜੇ ਕੁਝ ਸੈਕਟਰ ਨੂੰ ਰਿਆਇਤਾਂ ਦਿੱਤੀਆਂ ਜਾਂਦੀਆਂ, ਉਸ ਨੂੰ ਇੰਪਲੀਮੈਂਟ ਕਰਵਾਉਣ ਵਾਸਤੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਕਿੰਨਾ ਕੁ ਤਿਆਰ ਹੈ? ਅਸੀਂ ਪੂਰੇ ਤਰੀਕੇ ਨਾਲ ਤਿਆਰ ਹਾਂ। ਅੱਜ ਆਪਣੇ 2-3 ਦਿਨ ਤੱਕ ਪਤਾ ਲੱਗ ਜਾਣਾ ਹੈ ਕਿ ਕਿਸ ਤਰੀਕੇ ਦੇ ਕਿਸ ਸੈਕਟਰ ਨੂੰ ਔਰ ਰਿਆਇਤ ਮਿਲ ਸਕਦੀ ਹੈ, ਐਂਡ ਅਸੀਂ ਵੀ ਫੀਡਬੈਕ ਉੱਪਰ ਦਿੱਤਾ ਹੋਇਆ ਹੈ। ਜੇ ਇੰਡਸਟਰੀਜ਼ ਦਾ ਅਸੀਂ ਕਿਹਾ ਹੋਇਆ ਕਿ ਇੰਡਸਟਰੀਜ਼ ਨੂੰ ਧੀਰੇ ਕਰਕੇ ਔਰ ਚਾਲੂ ਕੀਤਾ ਜਾਵੇ। ਕੁਝ ਸੈਂਟਰਲ ਗਵਰਨਮੈਂਟ ਵੱਲੋਂ ਪਹਿਲਾਂ ਹੀ ਅਲਾਉਡ ਹੋ ਗਈਆਂ, ਸਟੇਟ ਗਵਰਨਮੈਂਟ ਨੇ ਵੀ ਅਲਾਉ ਕਰ ਦਿੱਤੀਆਂ। ਅਸੀਂ ਉਹਨਾਂ ਇੰਡਸਟਰੀਲਿਸਟ ਨੂੰ ਵੀ ਮੋਟੀਵੇਟ ਕਰਕੇ ਉਹਨਾਂ ਇੰਡਸਟਰੀਜ਼ ਨੂੰ ਚਾਲੂ ਕਰਵਾ ਰਹੇ ਤਾਂ ਕਿ ਉੱਥੇ ਵੀ ਜਿਹੜੀ ਲੇਬਰ ਹੈ ਉੱਥੇ ਉਹਨਾਂ ਨੂੰ ਕੰਮ ਮਿਲ ਜਾਏ ਔਰ ਉਹਨਾਂ ਦਾ ਮਨ ਲੱਗ ਸਕੇ, ਕਿਉਂਕਿ ਕਈ ਵਾਰੀ ਹੁੰਦੀ ਹੈ ਕਿ 1.5-2 ਮਹੀਨੇ ਤੋਂ ਬਾਅਦ ਬੰਦੇ ਦਾ ਮਨ ਵੀ ਨਹੀਂ ਲੱਗਦਾ ਕਮਰੇ ਦੇ ਵਿੱਚ ਬੈਠੇ। ਇਸ ਚੀਜ਼ ਦਾ ਵੀ ਸਾਨੂੰ ਇਲਮ ਹੈ, ਐਂਡ ਅਸੀਂ ਵੀ ਉਸ ਕੰਮ ਦੇ ਵਿੱਚ ਲੱਗੇ ਹੋਏ ਹਾਂ। ਜੀ ਬਿਲਕੁਲ, ਪੂਰੀਆਂ ਤਿਆਰੀਆਂ ਵਾ। ਸਰ, ਕੋਵਿਡ-19 ਦਾ ਜਿਹੜਾ ਸਾਨਾ ਵੱਡਾ ਜਿਹੜਾ ਅਸਰ ਲੁਧਿਆਣਾ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਗਵਰਨਮੈਂਟ ਆਫੀਸਰਸ ਦੇ ਉੱਤੇ ਕਾਫੀ ਦੇਖਣ ਨੂੰ ਮਿਲਿਆ। 3 ਗਵਰਨਮੈਂਟ ਆਫੀਸਰ ਤੇ
4 ਤੋਂ ਵੱਧ ਪੁਲਿਸ ਮੁਲਾਜ਼ਮ ਇਸ ਦੀ ਚਪੇਟ ਦੇ ਵਿੱਚ ਆਏ ਨੇ ਕਰੋਨਾ ਵਾਇਰਸ ਦੀ। ਹੁਣ ਜਿਹੜੇ ਮੁਲਾਜ਼ਮ ਆਪਣੇ ਆਫੀਸਰ ਨੇ ਹਸਪੀਟਲ ਦੇ ਵਿੱਚ ਆਈਸੋਲੇਟ ਨੇ, ਉਹਨਾਂ ਦੀ ਕੀ ਪੋਜੀਸ਼ਨ ਹੈ? ਦੇਖੋ ਕੋਰੋਨਾ ਤੋਂ ਸਭ ਤੋਂ ਵੱਧ ਅਸਰ ਤਾਂ ਪੁਲਿਸ ਡਿਪਾਰਟਮੈਂਟ ਤੇ ਪਿਆ ਹੈ। ਸਾਡੇ ਏਸੀਪੀ ਅਨਿਲ ਕੋਹਲੀ ਉਹ ਕੋਰੋਨਾ ਦੀ ਲੜਾਈ ਲੜਦੇ ਸਬਜ਼ੀ ਮੰਡੀ ਦੇ ਵਿੱਚ ਉਹਨਾਂ ਨੂੰ ਕੋਰੋਨਾ ਹੋ ਗਿਆ ਲੁਧਿਆਣੇ, ਐਂਡ ਉਹ ਸ਼ਹੀਦ ਹੋ ਗਏ। ਐਂਡ ਉਹਨਾਂ ਦੇ ਗਨਮੈਨ ਨੂੰ ਵੀ ਕੋਰੋਨਾ ਹੋ ਗਿਆ। ਉਹਨਾਂ ਦੇ ਐਸਐਚਓ ਸੀਗੇ ਅਰਸ਼ਪ੍ਰੀਤ ਕੌਰ ਮੈਡਮ, ਉਹ ਵੀ ਡੀਐਮਸੀ ਦੇ ਵਿੱਚ ਇਸ ਜੰਗ ਨੂੰ ਲੜ ਰਹੇ ਹਨ। ਤੇ ਉਹਨਾਂ ਦੇ ਐਸਐਚਓ ਸਾਹਿਬ ਦੇ ਇੱਕ ਡਰਾਈਵਰ ਸੀ, ਉਹ ਵੀ ਸੁਖਦੇਵ, ਉਹ ਵੀ ਆਪਣੇ ਹਸਪੀਟਲ ਦੇ ਵਿੱਚ ਕੋਰੋਨਾ ਪੀੜਿਤ ਹੋ ਗਏ। ਤੇ ਇਹ ਤਾਂ ਇਸ ਤੋਂ ਇਲਾਵਾ ਸਾਡੇ ਤਕਰੀਬਨ 100 ਦੇ ਕਰੀਬ ਮੁਲਾਜ਼ਮ ਜਿਹੜੇ ਇਹਨਾਂ ਦੇ ਕੰਟੈਕਟ ਦੇ ਵਿੱਚ ਆਏ ਸੀ, ਉਹਨਾਂ ਨੂੰ ਵੀ ਅਸੀਂ 14 ਦਿਨ ਦਾ ਕੁਆਰੰਟਾਈਨ ਕੀਤਾ ਘਰਾਂ ਦੇ ਵਿੱਚ। ਐਂਡ ਲੱਕੀਲੀ ਚਲੋ ਉਹਨਾਂ 100 ਦੀ ਤਾਂ ਜਿਹੜੀ ਰਿਪੋਰਟ ਹੈ ਉਹ ਨੈਗੇਟਿਵ ਆ ਗਈ, ਇਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਐਂਡ ਇਸ ਤੋਂ ਇਲਾਵਾ ਜਿਹੜੇ ਸਾਡੇ ਡਿਸਟ੍ਰਿਕਟ ਮੰਡੀ ਆਫੀਸਰ ਔਰ ਵੀ BDPO ਸਾਹਿਬ, ਫੂਡ ਸਪਲਾਈ ਦੇ ਉਹਨਾਂ ਦੇ ਹਸਬੈਂਡ, ਕਾਫੀ ਸਾਰੇ ਮੁਲਾਜ਼ਮ ਪੋਜ਼ਿਟਿਵ ਆ ਗਏ। ਇਹ ਤਾਂ ਦੇਖੋ ਸਰਕਾਰੀ ਜਦੋਂ ਆਪਾਂ ਨੌਕਰੀ ਸਮਾਜ ਦੇ ਲਈ ਕਰਦੇ ਹਾਂ ਤੇ ਇਹ ਨੌਕਰੀ ਦੇ ਵਿੱਚ ਕਈ ਵਾਰੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਲੇਕਿਨ ਫੋਰਸ ਦਾ ਜਿਹੜਾ ਮੋਰਲ ਹੈ ਉਹ ਪੂਰਾ ਹਾਈ ਹੈ। ਇਹਨਾਂ ਨੂੰ ਅਸੀਂ ਪ੍ਰੀਕਾਸ਼ਨਸ ਵਗੈਰਾ ਦੱਸੀਆਂ ਹੈ ਤੇ ਪ੍ਰੀਕਾਸ਼ਨਸ ਲੈ ਕੇ ਇਹ ਫੋਰਸ ਪੂਰਾ ਕੰਮ ਮੁਸਤੈਦੀ ਨਾਲ ਕਰ ਰਹੀ ਹੈ। ਜੀ ਬਿਲਕੁਲ, ਫੋਰਸ ਦਾ ਜਿਹੜਾ ਮੋਰਲ ਆ ਪੂਰਾ ਹਾਈ ਹੈ ਸਰ। ਪਰ ਇਹਨਾਂ ਕਰਫਿਊ ਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀ ਹੈਗੀ ਆ ਇੱਕ ਅਲੱਗ ਭੂਮਿਕਾ ਦੇਖਣ ਨੂੰ ਮਿਲੀ ਹੈ, ਜਿੱਥੇ ਪੰਜਾਬ ਪੁਲਿਸ ਫਰੰਟ ਫੁੱਟ ਤੇ ਹੋ ਕੇ ਕਰੋਨਾ ਵਾਇਰਸ ਦੇ ਚੱਲ ਰਹੀ ਜੰਗ ਦੇ ਵਿੱਚ ਲੜ ਰਹੀ ਆ, ਉੱਥੇ ਪੰਜਾਬ ਪੁਲਿਸ ਆਮ ਲੋਕਾਂ ਦੇ ਨਾਲ ਉਹਨਾਂ ਦਾ ਜੋ ਸਹਾਨੁਭੂਤੀ ਦੇਖਣ ਨੂੰ ਮਿਲੀ ਆ, ਉਹ ਅੱਜ ਤੋਂ ਪਹਿਲਾਂ ਬਹੁਤ ਘੱਟ ਤਸਵੀਰਾਂ ਇੱਦਾਂ ਦੀਆਂ ਨਜ਼ਰ ਆਈਆਂ। ਬੱਚਿਆਂ ਦਾ ਬਰਥਡੇ ਮਨਾਉਂਦੀ ਨਜ਼ਰ ਆ ਰਹੀ ਹੈ, ਪੁਲਿਸ ਵਿਰੁੱਧ ਜਿਹੜੇ ਲੋਕਾਂ ਦੀ ਉਹਨਾਂ ਦੀ ਮਦਦ ਕਰਦੀ ਨਜ਼ਰ ਆ ਰਹੀ ਹੈ। ਇਹ ਜਿਹੜੀਆਂ ਤਸਵੀਰਾਂ ਨੇ ਇਹ ਇਹਨਾਂ ਕਰਫਿਊ ਦੇ ਦੌਰਾਨ ਜੋ ਨਜ਼ਰ ਆਈਆਂ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੁਲਿਸ ਦਾ ਜਿਹੜਾ ਹੈਗਾ ਸਥਿਤੀ ਇੱਦਾਂ ਦੀ ਰਹੇਗੀ? ਦੇਖੋ ਇਸ ਦੌਰਾਨ ਅਸੀਂ ਇਹ ਨਹੀਂ ਸੋਚ ਰਹੇ ਕਿ ਇਹ ਕੰਮ ਪੁਲਿਸ ਦਾ ਹੈ, ਕਿ ਇਹ ਕੰਮ ਡਾਕਟਰਸ ਦਾ ਹੈ, ਕਿ ਇਹ ਕੰਮ ਸਿਵਲ ਪ੍ਰਸ਼ਾਸਨ ਦਾ ਹੈ, ਕਿ ਇਹ ਮੰਡੀ ਆਫੀਸਰ ਦਾ ਕੰਮ ਹੈ, ਕਿ ਕਿਸ ਚੀਜ਼ ਦਾ ਕੰਮ ਹੈ। ਅਸੀਂ ਜੋ ਕੰਮ ਸਾਡੇ ਨਜ਼ਰ ਆ ਰਿਹਾ ਹੈ ਸਾਨੂੰ ਕਿ ਇਹ ਕੰਮ ਹੋਣਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ, ਅਸੀਂ ਉਸ ਨੂੰ ਕਰ ਰਹੇ ਹਾਂ। ਕਿਉਂਕਿ ਲਾਕਡਾਊਨ ਦੇ ਦੌਰਾਨ ਪਬਲਿਕ ਤਾਂ ਬਾਹਰ ਆ ਨਹੀਂ ਸਕਦੀ। ਹੁਣ ਜੇ ਕਿਸੇ ਦੇ ਘਰ ਦੇ ਵਿੱਚ ਕਈ ਵਾਰੀ ਕੰਟਰੋਲ ਰੂਮ 'ਤੇ ਸਾਨੂੰ ਫੋਨ ਆ ਜਾਂਦਾ ਹੈ ਕਿ ਜੀ ਮੇਰੀ ਬੇਟੀ ਦਾ ਅੱਜ ਫਸਟ ਬਰਥਡੇ ਹੈ ਅਤੇ ਮੈਂ ਉਸਨੂੰ ਕੋਈ ਕੁਝ ਲੈ ਕੇ ਵੀ ਨਹੀਂ ਦੇ ਸਕਦਾ ਜੀ, ਕੀ ਕਰਾਂ। ਅਤੇ ਉਹ ਸਾਡੇ ਬੰਦਿਆਂ ਦਾ ਵੀ ਅਸੀਂ ਵੀ ਹਿਊਮਨ ਬੀਇੰਗ ਹੈ ਅਤੇ ਅਸੀਂ ਫਿਰ ਉਹਨਾਂ ਦੀ ਕਈ ਵਾਰੀ ਹੈਲਪ ਕਰਦੇ ਹਾਂ। ਅਸੀਂ ਕੇਕ ਵਗੈਰਾ ਬਣਵਾ ਕੇ ਉਹਨਾਂ ਦੇ ਘਰਾਂ ਤੱਕ ਡਿਲੀਵਰ ਕਰਦੇ ਹਾਂ ਤਾਂ ਕਿ ਉਹਨਾਂ ਦੀ ਜੋ ਆਪਣਾ ਸੈਲੀਬ੍ਰੇਟ ਜੋ ਵੀ ਘਰ ਦੇ ਵਿੱਚ ਉਹ ਕਰ ਸਕਣ। ਅਤੇ ਇਹ ਵਧੀਆ ਉਪਰਾਲਾ ਹੈ ਪੁਲਿਸ ਦਾ, ਐਂਡ ਅਸੀਂ ਇਸ ਨੂੰ ਕੰਟੀਨਿਊ ਰੱਖਾਂਗੇ। ਜੀ ਬਿਲਕੁਲ ਵਧੀਆ ਉਪਰਾਲਾ, ਇਹਨੂੰ ਕੰਟੀਨਿਊ ਕੀਤਾ ਜਾਏਗਾ। ਸਰ ਮੇਰਾ ਇੱਕ ਲਾਸਟ ਕੁਐਸਚਨ ਹੈ ਕਿ ਦੂਜੀ ਸਟੇਟ ਤੋਂ ਜਿਹੜੇ ਆਪਣੇ ਪੰਜਾਬੀ ਫਸੇ ਹੋਏ ਨੇ, ਚਾਹੇ ਹਜੂਰ ਸਾਹਿਬ ਨੰਦੇੜ ਤੋਂ ਜਿਹੜੇ ਸ਼ਰਧਾਲੂ ਫਸੇ ਹੋਏ ਸੀਗੇ ਜਾਂ ਸਟੂਡੈਂਟ ਜਿਹੜੇ ਕੋਟਾ ਤੋਂ ਫਸੇ ਹੋਏ ਨੇ, ਉਹਨਾਂ ਨੂੰ ਲਗਾਤਾਰ ਲਿਆਉਣ ਦੀ ਜਿਹੜਾ ਹੈਗਾ ਤਿਆਰੀਆਂ ਚੱਲ ਰਹੀਆਂ ਤੇ ਕੁਝ ਕਾਫੀ ਗਿਣਤੀ ਦੇ ਵਿੱਚ ਲੋਕ ਆ ਵੀ ਚੁੱਕੇ ਨੇ, ਪਰ ਉਹਨਾਂ ਦੇ ਵਿੱਚ ਹੁਣ ਕਾਫੀ ਜਿਹੜੇ ਹੈਗੇ ਲੋਕ ਕਰੋਨਾ ਜਿਹੜੇ ਹੈਗੇ ਪੋਜ਼ਿਟਿਵ ਪਾਏ ਜਾ ਰਹੇ ਨੇ। ਲੁਧਿਆਣਾ ਦੇ ਵਿੱਚ ਵੀ ਅੱਜ ਸਵੇਰ ਦੀ ਇੱਕ ਰਿਪੋਰਟ ਹੈ, DMC ਦੀ ਜਿਹੜੀ ਸੈਂਪਲ ਭੇਜੇ ਗਏ ਉਹਨਾਂ ਵਿੱਚੋਂ ਵੀ ਕੁਝ ਪੋਜ਼ਿਟਿਵ ਪਾਏ ਗਏ ਨੇ। ਇਸ ਤਰ੍ਹਾਂ ਦੇ ਜਦੋਂ ਕਰੋਨਾ ਜਿਹੜੇ ਦੂਜੀ ਸਟੇਟਾਂ ਤੋਂ ਆ ਰਿਹਾ, ਉਹਨਾਂ ਵਾਸਤੇ ਪੁਲਿਸ ਦੇ ਕੀ ਪ੍ਰਬੰਧ ਨੇ? ਦੇਖੋ ਜਿਹੜੇ ਆਪਣੇ ਬੰਦੇ ਦੂਜੀ ਸਟੇਟਾਂ ਦੇ ਵਿੱਚ ਫਸ ਗਏ ਸੀ, ਤਕਰੀਬਨ ਉਹ 40 ਦਿਨਾਂ ਤੋਂ ਉੱਥੇ ਅਟਕੇ ਹੋਏ ਸੀ, ਉਹ ਆਏ ਹਨ। ਉਹਨਾਂ ਦੇ ਲਈ ਅਸੀਂ ਪ੍ਰੋਟੋਕੋਲ ਬਣਾਇਆ ਹੋਇਆ ਹੈ ਕਿ ਜਦੋਂ ਵੀ ਕੋਈ ਇਸ ਤਰੀਕੇ ਦਾ ਬੰਦਾ ਆਉਂਦਾ ਹੈ ਉਸ ਨੂੰ ਸਿਵਲ ਹਸਪੀਟਲ ਦੇ ਵਿੱਚ ਉਹਦਾ ਚੈੱਕਅਪ ਹੋਵੇ। ਐਂਡ ਜਿਹੜੀ ਗਵਰਨਮੈਂਟ ਨੇ ਕੁਆਰੰਟਾਈਨ ਫੈਸਿਲਿਟੀਜ਼ ਬਣਾਈਆਂ ਹੋਈਆਂ ਹਨ, ਉਹਨਾਂ ਦੇ ਵਿੱਚ ਉਸ ਨੂੰ ਕੁਆਰੰਟਾਈਨ ਪੀਰੀਅਡ ਦੇ ਦੌਰਾਨ ਰੱਖਿਆ ਜਾਵੇ। 21 ਦਿਨ ਤੱਕ ਉੱਥੇ ਅਸੀਂ ਰੱਖਾਂਗੇ। ਐਂਡ ਜੇ ਉਹਦੇ ਵਿੱਚ ਕੋਈ ਸਿੰਪਟਮਸ ਹੁੰਦੇ ਹਨ ਜਾਂ ਡਾਕਟਰਸ ਨੂੰ ਲੱਗਦਾ ਹੈ ਕਿ ਇਸ ਬੰਦੇ ਦਾ ਟੈਸਟ ਕਰਵਾਉਣ ਦੀ ਲੋੜ ਹੈ ਤੇ ਟੈਸਟ ਉਹਦਾ ਕਰਵਾਇਆ ਜਾਊਗਾ। ਲੁਧਿਆਣੇ ਦੇ ਵਿੱਚ ਵੀ ਇਹ ਜਿਹੜੇ ਆਪਣੇ ਨੰਦੇੜ ਸਾਹਿਬ ਤੋਂ ਸ਼ਰਧਾਲੂ ਆਏ ਸੀਗੇ, ਉਹਨਾਂ ਦਾ ਟੈਸਟ ਕਰਾਇਆ ਗਿਆ ਸੀ। 7 ਸ਼ਰਧਾਲੂ ਉਹਦੇ ਵਿੱਚ ਪੋਜ਼ਿਟਿਵ ਪਾਏ ਗਏ ਹਨ। ਕੋਟਾ ਤੋਂ ਵੀ ਕੁਝ ਬੱਚੇ ਆਏ ਸੀ, 4 ਬੱਚੇ, ਉਹਨਾਂ ਦੇ ਵਿੱਚੋਂ ਵੀ ਪੋਜ਼ਿਟਿਵ ਪਾਏ ਗਏ ਹਨ। ਇਹਨਾਂ ਦੇ ਲਈ, ਇਹਨਾਂ ਦੇ ਪਰਿਵਾਰਾਂ ਲਈ ਮੇਰੀ ਅਪੀਲ ਹੈ ਕਿ ਤੁਸੀਂ ਇਸ ਚੀਜ਼ ਤੋਂ ਘਬਰਾਓ ਨਾ, ਪ੍ਰਸ਼ਾਸਨ ਦੇ ਅੱਗੇ ਆਓ। ਤੁਸੀਂ ਜੇ ਉਹਨਾਂ ਦਾ ਕੋਈ ਕੰਟੈਕਟ ਹੋਇਆ ਹੈ ਕਿਸੇ ਬੰਦੇ ਨਾਲ, ਉਹਨਾਂ ਦਾ ਵੀ ਅਸੀਂ ਟੈਸਟ ਕਰਾਵਾਂਗੇ ਤਾਂ ਕਿ ਜਿਹੜਾ ਇਹ ਵਾਇਰਸ ਹੈ ਇਸ ਨੂੰ ਇੱਥੇ ਹੀ ਥਾਮ ਲਿਆ ਜਾਵੇ, ਜਿੰਨਾ ਕੁ ਹੋ ਗਿਆ ਉੱਥੇ ਹੀ ਥਾਮ ਕੇ ਇਸ ਦੀ ਰੋਕਥਾਮ ਕੀਤੀ ਜਾਵੇ। ਜੀ ਬਿਲਕੁਲ ਸਰ, ਕੰਟੈਕਟ ਜਿਹੜਾ ਜੇ ਕਿਸੇ ਦਾ ਹੋਇਆ ਉਹ ਵੀ ਸਾਹਮਣੇ ਆਉਣ ਤਾਂ ਕਿ ਇਸ ਨੂੰ ਰੋਕਣ ਦੇ ਵਿੱਚ ਕਾਮਯਾਬੀ ਮਿਲ ਜਾਵੇ। ਸਰ ਇੱਕ ਮੇਰਾ ਲਾਸਟ ਕੁਐਸਚਨ ਹੈ, ਲਗਾਤਾਰ 40 ਦਿਨ ਤੋਂ ਤੁਸੀਂ ਵੀ ਫੀਲਡ ਦੇ ਵਿੱਚ ਹੋ, 38 ਦਿਨ ਹੋ ਗਏ ਕਰਫਿਊ ਦਾ, ਉਸ ਤੋਂ ਪਹਿਲਾਂ ਵੀ ਇਸ ਨੂੰ ਲਾਗੂ ਕਰਵਾਉਣ ਵਾਸਤੇ ਲਗਾਤਾਰ ਪਰਿਵਾਰ ਦੇ ਨਾਲ ਕਿੰਨਾ ਕੁ ਸਮਾਂ ਬਤੀਤ ਕਰਨ ਦਾ ਮੌਕਾ ਮਿਲਦਾ ਹੈ? ਕਿਉਂਕਿ ਫਰੰਟ ਫੁੱਟ ਤੇ ਹੋ ਕੇ ਪੰਜਾਬ ਪੁਲਿਸ ਇਸ ਕਰੋਨਾ ਦੇ ਖਿਲਾਫ ਲੜੀ ਜਾ ਰਹੀ ਜੰਗ ਦੇ ਵਿੱਚ ਫਰੰਟ ਫੁੱਟ ਤੇ ਫੇਸ ਕਰ ਰਹੀ ਹੈ, ਪਰਿਵਾਰ ਨੂੰ ਕਿੰਨਾ ਕੁ ਮੌਕਾ ਮਿਲ ਰਿਹਾ ਵਾ, ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ?
ਦੇਖੋ ਪਰਿਵਾਰ ਵੀ ਸਾਡੀ ਡਿਊਟੀ ਦਾ ਇੱਕ ਅਭਿੰਨ ਅੰਗ ਹਨ। ਅਸੀਂ ਲੇਕਿਨ ਉਹਨਾਂ ਨਾਲ ਅਸੀਂ ਥੋੜ੍ਹਾ ਦੂਰੀ ਰੱਖ ਕੇ ਹੀ ਕੰਮ ਕਰਦੇ ਹਾਂ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਜੇ ਅਸੀਂ ਕਿਉਂਕਿ ਬਾਹਰ ਜਾਣਾ ਪੈਂਦਾ ਹੈ ਕਿ ਵਾਇਰਸ ਜੇ ਸਾਡੇ ਸਰੀਰ ਤੱਕ ਆਇਆ ਤੇ ਅਸੀਂ ਉਸ ਨੂੰ ਪਰਿਵਾਰ ਤੱਕ ਲੈ ਕੇ ਜਾਈਏ, ਤੇ ਅਸੀਂ ਡਿਸਟੈਂਸ ਰੱਖ ਕੇ ਹੀ ਗੱਲਬਾਤ ਕਰਦੇ ਹਾਂ। ਐਂਡ ਪਰਿਵਾਰ ਨੂੰ ਵੀ ਟਾਈਮ ਦੇਣਾ ਜ਼ਰੂਰੀ ਹੈ। ਐਂਡ ਲੇਕਿਨ ਇਹ ਮਜਬੂਰੀ ਹੈ ਕਿ ਜਿਹੜਾ ਇਸ ਸੰਕਟ ਦੇ ਵਿੱਚ ਸਮਾਜ ਦੇ ਔਰ ਜੋ ਪ੍ਰਸ਼ਾਸਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਸ ਨੂੰ ਅਸੀਂ ਪਹਿਲਾਂ ਰੱਖਦੇ ਹਾਂ। ਸਰ ਮੇਰਾ ਇੱਕ ਲਾਸਟ ਕੁਐਸਚਨ, ਲੁਧਿਆਣਾ ਵਾਸੀਆਂ ਤੋਂ ਕੀ ਅਪੀਲ ਕਰਦੇ ਹੋ? 38 ਦਿਨ ਹੋ ਗਏ ਕਰਫਿਊ ਨੂੰ, ਕੁਝ ਜਿਹੜੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਸੀਗੀਆਂ, ਉਸ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ ਵਾਸਤੇ ਜੇ ਸਰਕਾਰ ਕੁਝ ਰਿਆਇਤਾਂ ਦਿੰਦੀ ਹੈ ਤੇ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਹੈ? ਦੇਖੋ ਰਿਆਇਤ ਮਿਲੇ ਜਾਂ ਨਾ ਮਿਲੇ, ਇਹ ਲੜਾਈ ਹਲੇ ਲੰਬੀ ਚੱਲਣੀ ਹੈ। ਐਂਡ ਇਸ ਲੜਾਈ ਦਾ ਨਾ ਤਾਂ ਪੁਲਿਸ ਇਕੱਲੇ ਸਾਹਮਣਾ ਕਰ ਸਕਦੀ ਹੈ, ਨਾ ਹੀ ਸਰਕਾਰ ਕਰ ਸਕਦੀ ਹੈ, ਨਾ ਹੀ ਐਡਮਿਨਿਸਟ੍ਰੇਸ਼ਨ ਕਰ ਸਕਦਾ ਹੈ। ਇਹ ਤਾਂ ਤੁਸੀਂ ਸਾਹਮਣਾ ਹਰੇਕ ਪਬਲਿਕ ਨੇ ਆਪ ਕਰਨਾ ਹੈ। ਐਂਡ ਸਾਹਮਣੇ ਦੇ ਲਈ ਇਹਦੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਦੋ ਚੀਜ਼ਾਂ ਹੈ। ਜੇ ਤਾਂ ਤੁਹਾਨੂੰ ਕੋਈ ਸਿੰਪਟਮਸ ਨਜ਼ਰ ਆਉਂਦੇ ਹੈ ਜਿਹਦੇ ਵਿੱਚ ਕੋਈ ਤੁਹਾਨੂੰ ਫੀਵਰ ਹੈ, ਖੰਘ ਹੈ, ਜਾਂ ਕੋਈ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਥਕਾਵਟ ਹੈ, ਤੇ ਇਮੀਡੀਏਟਲੀ ਤੁਸੀਂ ਡਾਕਟਰਸ ਤੱਕ ਜਾਓ। ਇਹਦੇ ਵਿੱਚ ਸਿੰਪਟਮਸ ਦੇ ਵਿੱਚ ਗਵਰਨਮੈਂਟ ਨੇ ਔਰ ਵੀ ਹੁਣ ਐਡ ਕੀਤੇ ਹੈ। ਜੇ ਤੁਹਾਨੂੰ ਕੋਈ ਠੰਡ ਲੱਗ ਰਹੀ ਹੈ, ਚਿਲਿੰਗ ਮਹਿਸੂਸ ਹੋ ਰਹੀ ਹੈ ਜਾਂ ਸ਼ਿਵਰਿੰਗ ਹੋ ਰਹੀ ਹੈ ਸਰੀਰ ਦੇ ਵਿੱਚ, ਤੇ ਫੀਵਰ ਹੋ ਗਿਆ, ਖੰਘ ਹੋ ਗਈ, ਦਰਦ ਹੋ ਗਿਆ, ਲੂਜ਼ ਮੋਸ਼ਨ ਵਗੈरह होगी, किसी भी तरीके की इस तरीके की प्रॉब्लम है तो अच्छे डॉक्टर तो दिखाओ। तुसी सिविल हॉस्पिटल जाओ या गवर्नमेंट ਜਿਹੜੇ ਪ੍ਰਾਈਵੇਟ ਆਪਣੇ ਹਸਪੀਟਲ ਨੇ ਚੰਗੇ ਉਹਨਾਂ ਦੇ ਵਿੱਚ ਦਿਖਾਓ। ਐਂਡ ਇਸ ਚੀਜ਼ ਨੂੰ ਮੰਨ ਕੇ ਚੱਲੋ ਕਿ ਜੇ ਕੋਈ ਇਸ ਤਰੀਕੇ ਦਾ ਸਿੰਪਟਮ ਹੈ ਤਾਂ ਕਰੋਨਾ ਹੋ ਸਕਦਾ ਹੈ। ਇਸ ਕਰਕੇ ਉਸ ਚੀਜ਼ ਨੂੰ ਮੁੱਖ ਨਜ਼ਰ ਰੱਖਦੇ ਹੋਏ ਆਪਣਾ ਇਲਾਜ ਕਰਾਓ। ਐਂਡ ਜੇ ਇਸ ਦਾ ਸਮੇਂ ਸਿਰ ਪਤਾ ਲੱਗ ਜਾਏ ਕੋਰੋਨਾ ਦਾ, ਤੇ ਕੋਈ ਇਹ ਮੁਸ਼ਕਿਲ ਬਿਮਾਰੀ ਨਹੀਂ। ਜੇ ਇਹਦਾ ਸਮੇਂ ਸਿਰ ਪਤਾ ਨਾ ਲੱਗੇ, ਜੇ ਪਹਿਲੇ 7-8 ਦਿਨਾਂ ਦੇ ਵਿੱਚ ਨਾ ਪਤਾ ਲੱਗੇ, ਤਾਂ ਇਹ ਬਿਮਾਰੀ ਫਿਰ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਤੇ ਲੋਕਾਂ ਨੂੰ ਇਹੀ ਹੈ ਕਿ ਜੇ ਸਿੰਪਟਮਸ ਆਉਣ ਤੇ ਉਹ ਆਪਣਾ ਲੁਕਾਉਣ ਨਾ ਉਸ ਚੀਜ਼ ਨੂੰ, ਡਾਕਟਰਸ ਨਾਲ ਕੰਸਲਟ ਕਰਨ। ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਜਿੱਦਾਂ ਹੁਣ ਅਨਿਲ ਕੋਹਲੀ ਸਾਹਿਬ ਦਾ ਇੱਕ ਡਰਾਈਵਰ ਸੀ, ਉਸ ਨੂੰ ਕੋਰੋਨਾ ਪੋਜ਼ਿਟਿਵ ਹੋ ਗਿਆ ਸੀ। 12 ਦਿਨ ਉਹਨੇ ਆਪਣੇ ਆਪ ਦਾ ਇਲਾਜ ਕਰਵਾਇਆ ਐਂਡ 12ਵੇਂ ਦਿਨ 13ਵੇਂ ਦਿਨ ਹੀ ਉਹ ਬਿਲਕੁਲ ਨੈਗੇਟਿਵ ਹੋ ਗਿਆ, ਉਸ ਨੂੰ ਛੁੱਟੀ ਮਿਲ ਗਈ। ਇਸ ਕਰਕੇ ਜੇ ਬਿਮਾਰੀ ਹੈ ਤਾਂ ਉਹਦਾ ਇਲਾਜ ਵੀ ਹੈ। ਐਂਡ ਦੂਜੀ ਗੱਲ, ਸਭ ਤੋਂ ਅਹਿਮ ਗੱਲ ਇਹ ਹੈ ਕਿ ਕੋਰੋਨਾ ਇੱਕੋ ਹੀ ਚੀਜ਼ ਤੋਂ ਡਰਦਾ ਹੈ ਕਿ ਜੇ ਆਪਾਂ ਘਰਾਂ ਦੇ ਵਿੱਚ ਇਕੱਲੇ ਰਹਿੰਦੇ ਹਾਂ ਤਾਂ ਕੋਰੋਨਾ ਡਰ ਜਾਂਦਾ ਹੈ। ਯਾਨੀ ਕਿ ਸਟੇ ਹੋਮ, ਆਪਾਂ ਘਰਾਂ ਦੇ ਵਿੱਚ ਰਹਿਣਾ ਹੈ। ਮੇਲ ਮਿਲਾਪ ਜਿਹੜਾ ਰੱਖਣਾ ਹੈ ਉਹ ਟੈਲੀਫੋਨ ਰਾਹੀਂ ਰੱਖਣਾ ਹੈ। ਕਮਿਊਨੀਕੇਸ਼ਨ ਦੇ ਸਾਧਨ ਈਮੇਲ ਔਰ ਫੇਸਬੁੱਕ ਔਰ WhatsApp ਰਾਹੀਂ ਰੱਖਣੇ ਹੈ। ਪਰਸਨਲੀ ਫਿਜ਼ੀਕਲੀ ਕਿਸੇ ਨੂੰ ਨਹੀਂ ਮਿਲਣਾ। ਜੋ ਘਰਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੇ ਮੈਂਬਰ ਹੈ ਉਹਨਾਂ ਦਾ ਤਾਂ ਮਿਲਣਾ ਚਲੋ ਮਜਬੂਰੀ ਹੁੰਦੀ ਹੈ, ਲੇਕਿਨ ਜੋ ਬਾਹਰਲੇ ਬੰਦਿਆਂ ਨੂੰ ਆਪਾਂ ਨਹੀਂ ਮਿਲਣਾ। ਐਂਡ ਸਟੇ ਹੋਮ, ਸਟੇ ਸੇਫ। ਜੀ ਬਿਲਕੁਲ, ਸਟੇ ਹੋਮ ਸਟੇ ਸੇਫ ਦਾ ਜੋ ਨਾਰਾ ਹੈਗਾ ਪੰਜਾਬ ਪੁਲਿਸ ਵੀ ਦਿੰਦੀ ਨਜ਼ਰ ਆ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ 38 ਦਿਨ ਤੋਂ ਕਰਫਿਊ ਇੰਪਲੀਮੈਂਟ ਕਰਵਾਉਣ ਵਾਸਤੇ ਚੁਣੌਤੀਆਂ ਹੋਣ ਜਾਂ ਕਰੋਨਾ ਖਿਲਾਫ ਲੜੀ ਜਾ ਰਹੀ ਜੰਗ ਨੂੰ ਜਿੱਤਣ ਵਾਸਤੇ ਚੁਣੌਤੀਆਂ ਹੋਣ, ਪੰਜਾਬ ਪੁਲਿਸ ਲਗਾਤਾਰ ਫਰੰਟ ਫੇਸ ਹੋ ਕੇ ਇਸ ਨੂੰ ਲੜ ਰਹੀ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਸਥਿਤੀ ਰਹੂਗੀ, ਚਾਹੇ ਲੋਕਡਾਊਨ ਦੇ ਵਿੱਚ ਕੁਝ ਰਿਆਇਤਾਂ ਮਿਲਦੀਆਂ ਹੈ ਜਾਂ ਨਹੀਂ ਮਿਲਦੀਆਂ, ਪੰਜਾਬ ਪੁਲਿਸ ਹਰ ਤਰ੍ਹਾਂ ਦੀ ਚੁਣੌਤੀ ਨੂੰ ਫੇਸ ਕਰਨ ਵਾਸਤੇ ਤਿਆਰ ਹੈ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਰਾਜ, ਦੈਨਿਕ ਸਵੇਰਾ ਟੀਵੀ, ਲੁਧਿਆਣਾ।